हाँ जी, सत श्री अकाल जी सारिਆਂ ਨੂੰ। ਵੈਲਕਮ ਟੂ ਆਵਰ YouTube ਚੈਨਲ ਪੀ ਸਮਾਰਟ ਐਜੂਕੇਸ਼ਨ ਜ਼ੋਨ। ਹਾਂਜੀ, ਅੱਜ ਦਾ ਆਪਣਾ ਟੌਪਿਕ ਹੈਗਾ ਲਾਜ਼ ਆਫ ਐਕਸਪੋਨੈਂਟਸ। ਅੱਜ ਆਪਾਂ ਐਕਸਪੋਨੈਂਟਸ ਦੇ ਲਾਜ਼ ਕਰਾਂਗੇ ਵਿਦ ਐਗਜ਼ਾਮਪਲ। ਹਾਂਜੀ, ਆਪਣੇ ਕੋਲੇ ਫਸਟ ਲਾ ਹੈ ਜ਼ੀਰੋ ਐਕਸਪੋਨੈਂਟ ਲਾ। ਜ਼ੀਰੋ ਐਕਸਪੋਨੈਂਟ ਲਾ ਕੀ ਕਹਿੰਦਾ ਹੈ ਵੀ ਆਪਣੇ ਕੋਲੇ ਕੋਈ ਵੀ ਟਰਮ ਹੋਵੇ ਤੇ ਉਹਦੀ ਪਾਵਰ ਜ਼ੀਰੋ ਦਿੱਤੀ ਹੋਵੇ ਤਾਂ ਉਹਦੀ ਵੈਲਿਊ ਹਮੇਸ਼ਾ 1 ਹੀ ਆਊਗੀ। ਹਾਂਜੀ, ਐਗਜ਼ਾਮਪਲ ਨਾਲ ਕਰਦੇ ਹਾਂ। ਜਿਵੇਂ 2 ਦੀ ਪਾਵਰ 0 ਹੈ, ਇਹਦੀ ਵੈਲਿਊ ਕੀ ਹੋਊਗੀ 1। 3 ਦੀ ਪਾਵਰ 0, ਇਹਦੀ ਵੈਲਿਊ ਵੀ 1 ਹੋਊਗੀ। ਕੁਛ ਵੀ ਲੈ ਲਓ, ਹੋਰ ਲੈ ਲਓ 101 ਦੀ ਪਾਵਰ 0, ਇਹਦੀ ਵੈਲਿਊ ਕੀ ਆਊਗੀ 1। 88 ਲੈ ਲਓ, 88 ਦੀ ਪਾਵਰ 0, ਇਹਦੀ ਵੈਲਿਊ ਵੀ 1 ਹੀ ਆਊਗੀ। ਐਕਸਪੋਨੈਂਟ ਦਾ ਜਿਹੜਾ ਆਪਣੇ ਕੋਲੇ ਜ਼ੀਰੋ ਐਕਸਪੋਨੈਂਟ ਲਾ ਹੈ ਉਹ ਇਹੀ ਕਹਿੰਦਾ ਵੀ ਜੇ ਕੋਈ ਵੀ ਟਰਮ ਦਿੱਤੀ ਹੋਵੇ ਅਤੇ ਉਹਦੀ ਪਾਵਰ 0 ਦਿੱਤੀ ਹੋਵੇ ਤਾਂ ਉਹਦੀ ਵੈਲਿਊ ਹਮੇਸ਼ਾ 1 ਹੀ ਆਊਗੀ। ਬਟ ਇੱਕ ਕੰਡੀਸ਼ਨ ਹੈ ਵੀ A ਨੋਟ ਇਕੁਅਲ ਟੂ 0 ਹੋਣਾ ਚਾਹੀਦਾ। ਆਪਣਾ ਸੈਕਿੰਡ ਰੂਲ ਕੀ ਹੈ? ਪ੍ਰੋਡਕਟ ਰੂਲ। ਪ੍ਰੋਡਕਟ ਰੂਲ ਕੀ ਕਹਿੰਦਾ? ਪ੍ਰੋਡਕਟ ਰੂਲ ਦੀ ਸਟੈਂਡਰਡ ਡੈਫੀਨੇਸ਼ਨ A ਦੀ ਪਾਵਰ x ਇੰਟੂ A ਦੀ ਪਾਵਰ y ਇਕੁਅਲ ਟੂ A ਦੀ ਪਾਵਰ x ਪਲੱਸ y। ਪ੍ਰੋਡਕਟ ਰੂਲ ਕਹਿੰਦਾ ਕੋਈ ਵੀ ਆਪਣੇ ਕੋਲੇ ਜੇ ਬੇਸ ਸੇਮ ਹੋਵੇ, A ਤੇ A ਆਪਣੇ ਕੋਲੇ ਸੇਮ ਹੈ ਬਟ ਉਹਨਾਂ ਦੀ ਜਿਹੜੀ ਪਾਵਰ ਹੈ ਉਹ ਡਿਫਰੈਂਟ ਹੈ, ਉਹ ਮਲਟੀਪਲਾਈ ਦੇ ਵਿੱਚ ਫਾਰਮ ਦੇ ਵਿੱਚ ਹੈ, ਤਾਂ ਉਹਨਾਂ ਦਾ ਕੀ ਆਨਸਰ ਕੀ ਆਊਗਾ? ਇਹਨਾਂ ਦੀ ਵੈਲਿਊ ਕੀ ਆਊਗੀ? ਉਹ ਜੋ ਬੇਸ ਹੋਊਗਾ, ਬੇਸ ਆਪਣੇ ਕੋਲ A ਸੀ ਅਤੇ ਜਿਹੜੀਆਂ ਆਪਣੇ ਕੋਲ ਪਾਵਰਸ ਹੋਣਗੀਆਂ ਉਹ ਕੀ ਹੋ ਜਾਣਗੀਆਂ? ਐਡ ਹੋ ਜਾਣਗੀਆਂ। A ਦੀ ਪਾਵਰ x ਪਲੱਸ y ਆ ਜਾਊਗਾ। ਵਿਦ ਐਗਜ਼ਾਮਪਲ ਕਰਦੇ ਹਾਂ ਫਿਰ ਸਮਝ ਆ ਜਾਊਗਾ। ਹਾਂਜੀ, ਜਿਵੇਂ 2 ਲੈ ਲਓ, ਬੇਸ ਆਪਣੇ ਕੋਲ 2 ਲੈ ਲਿਆ, A ਦੀ ਵੈਲਿਊ ਆਪਣੇ ਕੋਲ 2, ਪਾਵਰ x ਦੀ ਵੈਲਿਊ ਆਪਾਂ 2 ਪੁੱਟ ਕਰ ਲਓ। ਇੱਥੇ ਵੀ ਪ੍ਰੋਡਕਟ ਹੈ, ਮਲਟੀਪਲਾਈ ਲੈਣੀ, ਫਿਰ ਆਪਣੇ ਕੋਲ ਬੇਸ A ਸੇਮ ਹੋਣਾ ਚਾਹੀਦਾ, 2 ਲੈ ਲਿਆ ਅਤੇ ਆਪਾਂ ਇਹਦੀ ਪਾਵਰ 3 ਲੈ ਲੈਂਦੇ ਹਾਂ। ਹੁਣ ਉੱਦਾਂ ਹੀ ਉਹ ਕੀ ਸੀ? A ਦੀ ਪਾਵਰ x ਪਲੱਸ y ਹੋ ਜਾਂਦਾ ਸੀ, ਮਤਲਬ 2 ਬੇਸ ਕੀ ਹੈ 2 ਅਤੇ ਪਾਵਰ ਇਹਨਾਂ ਦੀ ਕੀ ਹੋ ਜੂ? ਐਡ 2 ਪਲੱਸ 3, ਅਤੇ ਇਹਦਾ ਆਨਸਰ ਕੀ ਆਊਗਾ? 2 ਦੀ ਪਾਵਰ 5। ਹਾਂਜੀ, ਆਈ ਹੋਪ ਸਮਝ ਆ ਗਿਆ ਹੋਊਗਾ। ਇੱਕ ਐਗਜ਼ਾਮਪਲ ਹੋਰ ਲੈ ਲੈਂਦੇ ਹਾਂ। ਹਾਂਜੀ, 3 ਲੈ ਲਓ, 3 ਦੀ ਪਾਵਰ 3 ਲੈ ਲਓ, ਠੀਕ ਆ, ਇੰਟੂ ਹੋ ਗਿਆ ਬੇਸ ਆਪਾਂ ਸੇਮ ਹੀ ਰੱਖਣਾ। ਇੱਥੇ ਪ੍ਰੋਡਕਟ ਰੂਲ ਦੇ ਵਿੱਚ ਬੇਸ ਹਮੇਸ਼ਾ ਸੇਮ ਹੋਣਾ ਚਾਹੀਦਾ, ਫਿਰ ਹੀ ਪਾਵਰਸ ਐਡ ਹੋਣਗੀਆਂ। ਹਾਂਜੀ, ਬੇਸ ਕੀ ਹੈ 3, ਪਾਵਰ 5 ਪਲੱਸ 3 8। ਓਕੇ, ਹੋਰ ਜਿਵੇਂ 20 ਲੈ ਲਓ, 20 ਦੀ ਪਾਵਰ 18 ਇੰਟੂ 20 10। ਇਹਦੀ ਵੈਲਿਊ ਹੁਣ ਆਪਾਂ ਕਿਵੇਂ ਕੱਢਾਂਗੇ? ਆਪਣੇ ਕੋਲ ਇਹ ਹੋ ਗਿਆ, ਮਤਲਬ ਬੇਸ ਆਪਣੇ ਕੋਲ ਸੇਮ ਆ ਦੋਨਾਂ ਦਾ, ਤਾਂ ਆਪਣੇ ਕੋਲ ਕੀ ਹੋਊਗਾ 18 ਅਤੇ 10 ਕੀ ਹੋ ਜਾਣਗੀਆਂ? ਪਾਵਰ ਇਹਨਾਂ ਦੀ ਐਡ ਹੋ ਜੂਗੀ। ਇਹ ਕਿੰਨਾ ਆ ਜੂ 28। ਹਾਂਜੀ, ਅੱਗੇ ਚੱਲੀਏ। ਨੈਕਸਟ ਰੂਲ ਕੀ ਹੈ ਆਪਣੇ ਕੋਲੇ? ਕੋਸ਼ੈਂਟ ਰੂਲ। ਕੋਸ਼ੈਂਟ ਰੂਲ ਪ੍ਰੋਡਕਟ ਰੂਲ ਵਾਂਗੂ ਹੀ ਆ। ਪ੍ਰੋਡਕਟ ਰੂਲ ਦੇ ਵਿੱਚ ਕੀ ਸੀ? ਮਲਟੀਪਲਾਈ ਆ ਜਾਂਦੀ ਸੀ। ਕੋਸ਼ੈਂਟ ਰੂਲ ਦੇ ਵਿੱਚ ਕੀ ਹੋ ਜੂ? ਡਿਵੀਜ਼ਨ ਹੋ ਜੂਗੀ। ਉੱਦਾਂ ਹੀ ਸੇਮ ਇਹਦੇ ਵਿੱਚ ਵੀ ਆਪਣੇ ਕੋਲੇ ਕੀ ਹੈ? ਬੇਸ ਸੇਮ ਹੋਣਾ ਚਾਹੀਦਾ। A ਦੀ ਪਾਵਰ x ਡਿਵਾਈਡ A ਦੀ ਪਾਵਰ y। ਜਦੋਂ ਮਲਟੀਪਲਾਈ ਸੀ ਉਦੋਂ ਆਪਾਂ ਉਹਨਾਂ ਦੀਆਂ ਪਾਵਰਸ ਨੂੰ ਐਡ ਕਰਦੇ ਸੀ। ਹੁਣ ਇੱਥੇ ਕੀ ਹੈ? ਡਿਵਾਈਡ। ਤਾਂ ਆਪਾਂ ਜਦੋਂ ਡਿਵਾਈਡ ਹੋਊਗਾ ਤਾਂ ਜਿਹੜੀਆਂ ਆਪਣੇ ਕੋਲੇ ਪਾਵਰਸ ਹੋਣਗੀਆਂ ਉਹਨਾਂ ਨੂੰ ਆਪਾਂ ਮਾਈਨਸ ਕਰਾਂਗੇ। ਬੇਸ ਕੀ ਆ? A x ਮਾਈਨਸ y। ਇਹ ਆਪਣੇ ਕੋਲੇ ਫਾਰਮੂਲਾ ਬਣ ਗਿਆ। ਹਾਂਜੀ, ਐਗਜ਼ਾਮਪਲ ਨਾਲ ਸਮਝਦੇ ਹਾਂ। ਜਿਵੇਂ 2 ਦੀ ਪਾਵਰ 3 ਲੈ ਲਓ, ਡਿਵਾਈਡ ਬਾਈ ਬੇਸ ਆਪਣੇ ਕੋਲ ਸੇਮ ਹੋਣਾ ਚਾਹੀਦਾ 2 ਦੀ ਪਾਵਰ 2 ਲੈ ਲਓ। ਓਕੇ, ਹੁਣ ਕੀ ਆ? A ਰੱਖਿਆ ਉਵੇਂ, ਮਤਲਬ ਬੇਸ ਸੇਮ 2
ਜਿਹੜੀਆਂ ਆਪਣੇ ਕੋਲ ਪਾਵਰਸ ਨੇ ਉਹ ਕੀ ਹੋ ਜਾਣ, ਸਬਟਰੈਕਸ਼ਨ ਹੋ ਜਾਊ ਉਹਨਾਂ ਦੀ। 3 - 2 ਵੈਲਿਊ ਕਿੰਨੀ ਆ ਗਈ 2, 2 ਦੀ ਪਾਵਰ 1 = 2 ਹੀ ਹੁੰਦਾ। ਹਾਂਜੀ ਸਮਝ ਆ ਗਿਆ ਨਾ। ਇੱਕ ਐਗਜ਼ਾਮਪਲ ਹੋਰ ਲੈ ਲੈਂਦੇ ਹਾਂ। ਹਾਂਜੀ ਐਗਜ਼ਾਮਪਲ ਲੈ ਲਓ, ਜਿਵੇਂ 10 ਲੈ ਲਿਆ, 10 ਦੀ ਪਾਵਰ 18 ਬੇਸ ਸੇਮ ਹੋਣਾ ਚਾਹੀਦਾ, 10 ਦੀ ਪਾਵਰ 10 ਬੇਸ ਉੱਦਾਂ ਹੀ ਰੱਖ ਲਿਆ 10। ਇਹ ਕੀ ਹੋ ਜਾਣੀ ਹੈ, ਪਾਵਰਸ ਕੀ ਹੋ ਜਾਣੀ, ਸਬਟਰੈਕਸ਼ਨ। 18 - 10 10 रेज़ टू पावर 8 हो गया ना, बिल्कुल सिंपल। एक चलो एक एग्जाम्पल यदि होर कर लैंने, चंगी तरह समझ आ जाऊगा। जरूरी नहीं भी आप छोटियां टर्म्स ही लैनियां ने, वड्डियां टर्म्स भी हो सकदियां, जिमें कुछ भी लै लो। जिमें अपने को 112 आ गया, 112 की पावर आप कितनी लै ली, 112 की पावर 112 ही लै लो। फिर नीचे 112, यदि पावर ले लो 100, बेस कितना अपने को 112, पावर्स की होगी सबट्रैक्शन, 112 - 100 कितना आ जाऊगा, 112 की पावर 12। आई होप समझ आ गया होगा। नैक्सट रूल ते चलते हैं। नैक्सट रूल की है अपने को पावर रूल। हाँ जी पावर रूल विच की है, पावर रूल विच की है मतलब अपन कोई टर्म दी है, ਉਹਦੀ पावर दी है तो अपन होल पावर दी है। आप स्टैंडर्ड फॉर्मूला लिखते हैं, जिमें ए आ, ए की पावर अपन एक्स दी है तो यदि होल पावर की दी है वाई, तो ये की होगा ए की पावर एक्स इंटू वाई। हाँ जी एग्जाम्पल नाल करते हैं, जिमें 2 है, 2 दिते हैं अपने को, 2 की पावर 2 दी है तो होल पावर अपने को कितनी दे दी 3। हम बेस तो उन्ना ही रह गया 2, पावर की हो गया मल्टीप्लाई 2 × 3, 2 की पावर 6। इसका आंसर क्या आ गया अपने को 2 की पावर 6। हाँ जी नैक्सट एग्जाम्पल करते हैं। कोई भी ला लो, जिमें अपने को 4 है, 4 की पावर अपन 3 दी है, होल पावर अपन कितनी दे दी 4। 4 अपने को बेस हो गया, पावर की है 3 तो 4, 3 × 4 अपने को आ गया 4 की पावर 12। हाँ जी आई होप सो समझ आ गया होगा। नैक्सट एग्जाम्पल लैके चलते हैं। एक एग्जाम्पल होर ले लें आप यदि, जी मैं अपने को 4 आ गया, 4 की पावर 5 ले लो, 4 की पावर 10 ले लो, उदा ही बेस कितना 4 उदा ही रह जाऊगा, पावर कितनी है 5 तो 10, एक ही हो जाएंगे मल्टीप्लाई, 5 × 10 आ गया 50। हाँ जी ये अपने को आ गया आंसर आ गया ਇਹਦਾ। हाँ जी ये भी एक कंडीशन है, कंडीशन ये सारे ही आप जिन्हें भी ये एक्सपोनेंट के लॉस करांगे ना, वो कंडीशन हमेशा यही होगी भी जी ए है वो नॉट इक्वल टू 0 होनी चाहिए है। ये तुसी याद रख लो, जिन्हें भी अपने को लॉज होणगे एक्सपोनेंट के सारे ही आ ए नॉट इक्वल टू 0। हाँ जी नैक्सट रूल करते हैं, पावर ऑफ प्रोडक्ट रूल। पावर ऑफ प्रोडक्ट रूल की कहता,
ਵੀ ਆਪਣੇ ਕੋਲ ਟੂ ਟਰਮਸ ਹੋਣਗੀਆਂ, ਜਿਵੇਂ A ਤੇ B ਦੋਨੋਂ ਮਲਟੀਪਲਾਈ 'ਚ ਹੈ ਤੇ ਉਹਨਾਂ ਦੀ ਪਾਵਰ ਕੀ ਹੈ x। ਸਟੈਂਡਰਡ ਫਾਰਮੂਲਾ ਲਿਖਦੇ ਹਾਂ ਤੇ ਸਮਝ ਆ ਜਾਊਗਾ। A B ਦੋਨੋਂ ਮਲਟੀਪਲਾਈ ਦੇ ਵਿੱਚ ਹੈ, ਪਾਵਰ ਕੀ ਹੈ x। ਤਾਂ ਇਹਦਾ ਆਪਣੇ ਕੋਲੇ ਇਹਨੂੰ ਆਪਾਂ ਅੱਗੇ ਕੀ ਆਊਗਾ, ਮਤਲਬ A ਦੀ ਪਾਵਰ ਵੀ x ਹੋਊਗੀ ਤੇ B ਦੀ ਪਾਵਰ ਵੀ ਆਪਣੇ ਕੋਲੇ x ਹੋਊਗੀ। ਐਗਜ਼ਾਮਪਲ ਨਾਲ ਕਰਦੇ ਹਾਂ, ਜਿਵੇਂ 2 × 3 ਦਿੱਤਾ, ਪਾਵਰ ਇਹਨਾਂ ਦੀ ਦਿੱਤੀ ਆਪਾਂ ਨੇ ਕੋਲੇ 2 ਲੈ ਲਓ, ਤਾਂ ਕਹਿੰਦੇ 2 ਦੀ ਪਾਵਰ ਵੀ 2 ਹੋਊਗੀ ਤੇ 3 ਦੀ ਪਾਵਰ ਵੀ 2 ਹੋਊਗੀ। ਹੋਰ ਐਗਜ਼ਾਮਪਲ ਲੈ ਲਓ, फाइव × 13 पावर अपन दी है 10, तो अपने को 5 की पावर 10 एंड 13 की पावर भी 10। हाँ जी, होर एग्जाम्पल लैने, जिवें अपन 20 दिता, 20 की पावर अपन दी है 3। इनू अगे किवें सॉल्व करांगे, 2 10 2 की पावर 3 10 की पावर 3 2 की पावर 8 10 की पावर 3 1000। आंसर आ गया 8000। ओके, नैक्सट करते हैं। नैक्सट रूल की है, पावर ऑफ फ्रैक्शन रूल। पावर ऑफ फ्रैक्शन रूल दे विच की है, पहला दा स्टैंडर्ड फॉर्मूला लिखते हैं, A by B दी पावर x इक्वल टू हू A दी पावर x by B दी पावर x। हाँ जी, हम एग्जाम्पल दे नाल करते हैं। हम कहते भी अपन कोई भी टर्म्स दित्तियां होण, जिवें A दी वैल्यू आपां 2 लै लूँ, B दी पहले 3, पावर अपन नूं दित्ती है 2, तां इक्वल होगी 2 दी पावर 2 3 दी पावर 2 दे 4 9। अपने को वैल्यू की आ जाएगी 4/9। हाँ जी, एक एग्जाम्पल होर लैने आ, टेन बाय 11 दी पावर 3, तो इक्वल होगी 10 दी पावर 3 एंड 11 दी पावर 3 दे। हाँ जी, आई होप तो ये भी चंगी तरह समझ आ गया होगा। नैक्सट करते हैं आप हम आप अगे आ गया 7th रूल की है, नैगेटिव एक्सपोनेंट। नैगेटिव एक्सपोनेंट दे विच की है भी आपां नूं कोई भी टर्म दित्ती है तो उहदी पावर है जिहड़ी नैगेटिव च है, तो आपां नूं किद्दां सॉल्व करना, जिवें ए दी पावर -x है, तो इक्वल होगी 1/a दी पावर x दी। हाँ जी, एग्जाम्पल नाल करते हैं, जिवें ए दी वैल्यू अपन कुछ भी दित्ती है, जिवें 2 लै लो, 2 ही दित्ती है, 2 दी पावर की दित्ती है -2, तो इक्वल होगी 1/2 दी पावर 2 इक्वल टू 1/4। हाँ जी, नैक्सट करते हैं, यदि एग्जाम्पल एक होर लै लैने, 3 लै लो, 3 दी पावर 3 सॉरी -3, यदि वैल्यू क्या होगी 1/3 दी पावर 3 दे 1/27। हाँ जी, कंडीशन वही है जिवें आपां सारियां च करदे हैं भी जिहड़ी ए है वो नॉट इक्वल टू
0 होनी चाहिए। ओके, नैक्सट करते हैं। नैक्सट रूल की है फ्रैक्शन रूल। फ्रैक्शन रूल ਦੇ ਵਿੱਚ ਕੀ ਹੈ ਵੀ ਆਪਾਂ ਨੂੰ ਕੋਈ ਵੀ ਟਰਮ ਦਿੱਤੀ ਹੈ ਜਿਵੇਂ x, ਇਹਦੇ ਵਿੱਚ ਆਪਾਂ ਦੋ ਤਰ੍ਹਾਂ ਦੇ ਫਾਰਮੂਲੇ ਯੂਜ਼ ਕਰਦੇ ਹਾਂ। ਜਿਵੇਂ x ਦੀ ਵੈਲਿਊ 1/n ਤਾਂ ਇਹ ਇਕੁਅਲ ਹੋਊਗਾ n ਅੰਡਰ ਰੂਟ x ਦੇ। ਪਹਿਲਾਂ ਆਪਾਂ ਇਹਦੇ ਨਾਲ ਹੀ ਐਗਜ਼ਾਮਪਲ ਨਾਲ ਸੋਲਵ ਕਰਦੇ ਹਾਂ ਇਹਨੂੰ। ਜਿਵੇਂ ਐਗਜ਼ਾਮਪਲ ਲੈ ਲਓ, x ਦੀ ਵੈਲਿਊ ਆਪਾਂ ਨੂੰ 2 ਦਿੱਤੀ ਹੈ, 2 ਦੀ ਵੈਲਿਊ ਠੀਕ ਹੈ, ਅਤੇ 2 ਦੀ ਪਾਵਰ ਕੀ ਦਿੱਤੀ ਹੈ 1/n ਦੀ ਵੈਲਿਊ ਕੀ ਦਿੱਤੀ ਹੈ ਆਪਣੇ ਕੋਲ 1/3 ਤਾਂ ਇਕੁਅਲ ਹੋਊਗੀ 3 ਅੰਡਰ ਰੂਟ 2 ਦੇ। ਠੀਕ ਹੈ ਜੀ, ਹੋਰ ਐਗਜ਼ਾਮਪਲ ਲੈ ਲੈਂਦੇ ਹਾਂ। ਜਿਵੇਂ 5 ਲੈ ਲਓ, 5 ਦੀ ਪਾਵਰ ਕੀ ਦਿੱਤੀ ਆਪਾਂ ਨੂੰ 1/3 ਤਾਂ ਆਪਣੇ ਕੋਲ ਇਕੁਅਲ ਹੋਊਗਾ 3 ਅੰਡਰ ਰੂਟ 5 ਦੇ। ਓਕੇ, ਹੋਰ ਐਗਜ਼ਾਮਪਲ ਲੈਂਦੇ ਹਾਂ ਆਪਾਂ ਇਹਦੀ। ਜਿਵੇਂ ਆਪਣੇ ਕੋਲ ਕੀ ਆ ਗਿਆ 16 ਲੈਂਦੇ ਹਾਂ, 16 1/2 ਦਿੱਤਾ। ਓਕੇ, ਹੁਣ ਦੇਖੋ 16 ਕਿਹਦਾ ਸਕੇਅਰ ਆ 4 ਦਾ, 4 ਸਕੇਅਰ ਹੋ ਗਿਆ, 4 ਸਕੇਅਰ ਕੀ ਹੈ 1/2। ਇਹ ਆਪਣੇ ਕੋਲ ਕੀ ਹੁੰਦਾ ਆਪਾਂ ਪਹਿਲਾਂ ਕਰਕੇ ਆ ਮਲਟੀਪਲਾਈ 'ਚ ਹੋ ਜਾਣਗੇ। ਜਦੋਂ ਇਹ ਮਲਟੀਪਲਾਈ ਹੋਣਗੇ ਆ 2 ਨਾਲ 2 ਕੈਂਸਲ ਹੋ ਗਿਆ ਤਾਂ ਆਪਣੇ ਇਹਦੀ ਕੋਲ ਵੈਲਿਊ ਕੀ ਆ ਜੂਗੀ 4 ਹੀ ਆ ਜੂਗੀ। ਓਕੇ, ਹਾਂਜੀ, ਇਹਦਾ ਹੀ ਇੱਕ ਰੂਲ ਹੋਰ ਕੀ ਹੈ ਵੀ ਜਦੋਂ ਆਪਣੇ ਕੋਲੇ 1 ਦੀ ਜਗ੍ਹਾ 'ਤੇ ਕੁਝ ਹੋਰ ਆ ਜੇ, ਜਿਵੇਂ ਇਹਦਾ ਆਪਾਂ ਸਟੈਂਡਰਡ ਫਾਰਮੂਲਾ ਲਿਖਦੇ ਹਾਂ x ਦੀ ਪਾਵਰ m/n ਇਕੁਅਲ ਟੂ ਹੋਊਗਾ n ਅੰਡਰ ਰੂਟ x ਦੀ ਪਾਵਰ m और इक्वल टू अंडर रूट n x ਦੀ ਪਾਵਰ m। हम जी एग्जाम्पल नाल करते हैं। जिमें 2 अपने को 2 ਦੀ ਪਾਵਰ ਆਪਾਂ ਲੈ ਲਈ 9/2। ਇਹ ਆਪਣੇ ਕੋਲ ਇਕੁਅਲ ਕੀ ਹੋਊਗਾ ਹੁਣ 2 ਹੀ ਹੈ ਨਾ ਆਪਣੇ ਕੋਲ। ਆਹ 1/2 ਦਾ ਮਤਲਬ ਹੀ ਅੰਡਰ ਰੂਟ ਹੁੰਦਾ, ਸਿੰਪਲ ਅੰਡਰ ਰੂਟ ਆ ਜਾਊਗਾ, 2 ਦੀ ਪਾਵਰ 9 ਹੋ ਜਾਊਗਾ। ਇਹਨੂੰ ਆਪਾਂ ਕਿੱਦਾਂ ਲਿਖ ਸਕਦੇ ਹਾਂ ਅੰਡਰ ਰੂਟ 2 ਦੀ ਪਾਵਰ 9। ਇਹ ਤਾਂ ਹੈ ਨਾ ਤੁਹਾਨੂੰ ਪਤਾ ਹੀ ਹੋ ਵੀ 1/2 ਦਾ ਮਤਲਬ ਹੀ ਅੰਡਰ ਰੂਟ ਹੁੰਦਾ। ਓਕੇ, ਥੈਂਕ ਯੂ।